ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਗੁਰਮੁਖ ਵਿਦਿਆਰਥੀ ਸਾਡੇ ਇਸ ਪੇਜ ਦੇ ਨਾਲ ਜੁੜੇ ਨੇ, ਮੈਂ ਸਾਰਿਆਂ ਦਾ ਜੀ ਆਇਆਂ ਕਰਦਾ ਹਾਂ। ਗੁਰਬਾਣੀ ਸੰਥਿਆ ਦੀ ਆਰੰਭਤਾ ਤੋਂ ਪਹਿਲਾਂ ਸਾਨੂੰ ਅੱਖਰਾਂ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਗੁਰਮੁਖੀ ਅੱਖਰਾਂ ਦਾ ਸ਼ੁੱਧ ਉਚਾਰਨ ਕੀ ਹੈ। ਗੁਰਮੁਖੀ ਅੱਖਰ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਲਿਪੀਬੱਧ ਕੀਤੇ। ਕੁੱਲ 35 ਅੱਖਰ ਹਨ, ਜਿਨ੍ਹਾਂ ਨੂੰ 35 ਵੀ ਆਖਿਆ ਜਾਂਦਾ ਹੈ। ਅਤੇ ਪੁਰਾਤਨ ਮਹਾਂਪੁਰਖ ਅਤੇ ਕਈ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਸਮੇਂ ਇਹਨਾਂ ਅੱਖਰਾਂ ਦਾ ਜਾਪ ਕਰਦੇ ਹਨ ਅਤੇ ਮੰਨਦੇ ਹਨ ਕਿ ਇਹਨਾਂ ਅੱਖਰਾਂ ਦੇ ਜਾਪ ਦੇ ਨਾਲ ਸਾਨੂੰ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਮਹਾਤਮ ਮਿਲਦਾ ਹੈ। ਇਹ ਅੱਖਰ ਪਵਿੱਤਰ ਹਨ। ਜੇਕਰ ਇਹ ਅੱਖਰ ਇਸ ਸੰਸਾਰ ਦੇ ਉੱਤੇ ਨਾ ਹੁੰਦੇ ਤਾਂ ਸਾਡੇ ਗਲੋਂ ਗੁਲਾਮੀ ਨਹੀਂ ਸੀ ਲੈਣੀ, ਬ੍ਰਾਹਮਣ ਦਾ ਜੂਲਾ ਸਾਡੇ ਸਿਰ ਦੇ ਉੱਤੇ ਰਹਿਣਾ ਸੀ। ਇਹਨਾਂ ਅੱਖਰਾਂ ਦੇ ਕਰਕੇ ਮਨੁੱਖਤਾ ਨੂੰ ਗਿਆਨ ਪ੍ਰਾਪਤ ਹੋਇਆ ਅਤੇ ਸਾਨੂੰ ਜਿਉਣ ਦਾ, ਰਹਿਣ ਦਾ ਅਤੇ ਖਾਣ ਪੀਣ ਦਾ ਢੰਗ ਤਰੀਕਾ ਪਤਾ ਲੱਗਾ ਅਤੇ ਮੁਕਤੀ ਦਾ ਰਸਤਾ ਵੀ ਸਾਨੂੰ ਇਹਨਾਂ ਅੱਖਰਾਂ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਇਹਨਾਂ ਅੱਖਰਾਂ ਦਾ ਜਿੰਨਾ ਵੀ ਸਤਿਕਾਰ ਕੀਤਾ ਜਾਵੇ ਥੋੜ੍ਹਾ ਹੈ। 35 ਅੱਖਰ ਹਨ ਜਿਹਦੇ ਵਿਦਵਾਨਾਂ ਨੇ ਵਰਗ ਬਣਾਏ ਹਨ। ਪਹਿਲਾ ਮੁੱਖ ਵਰਗ ਹੈ, ਦੂਜਾ ਕਾ ਵਰਗ ਹੈ, ਤੀਜਾ ਚਾ ਵਰਗ ਹੈ, ਇਸੇ ਤਰ੍ਹਾਂ ਟਾ, ਤਾ, ਥਾ ਅਤੇ ਅੰਤਮ ਵਰਗ। ਇੱਕ ਮੀਨ ਵਰਗ ਵੀ ਇਹਦੇ ਵਿੱਚ ਐਡ ਕੀਤਾ ਹੈ। ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਅਤੇ ਲੱਲੇ ਪੈਰ ਬਿੰਦੀ। 3 ਸਵਰ ਹਨ, ਊੜਾ, ਐੜਾ ਅਤੇ ਈੜੀ। ਇਸੇ ਤਰੀਕੇ ਦੇ ਨਾਲ ਬਾਕੀ ਅੱਖਰਾਂ ਨੂੰ ਵਿਅੰਜਨ ਕਿਹਾ ਜਾਂਦਾ ਹੈ। 32 ਵਿਅੰਜਨ ਹਨ। ਅਨੁਨਾਸਕੀ ਅੱਖਰ ਵੀ ਹਨ, ਦੁੱਤ ਅੱਖਰ ਵੀ ਹਨ, ਹਾਹਾ, ਰਾਰਾ ਅਤੇ ੜਾੜਾ। ਇਹ ਅੱਖਰ ਜਿਹੜੇ ਹਨ ਇਹਨਾਂ ਨੂੰ ਦੁੱਤ ਅੱਖਰ ਆਖਿਆ ਜਾਂਦਾ ਹੈ। ਦੁੱਤ ਅੱਖਰ ਪੈਰਾਂ ਦੇ ਵਿੱਚ ਲੱਗਦੇ ਹਨ। ਬੋਲੀ ਪੰਜਾਬੀ ਹੈ, ਲਿਪੀ ਗੁਰਮੁਖੀ ਹੈ। ਗੁਰਮੁਖੀ ਲਿਪੀ ਮੱਲ ਅਖਾੜੇ ਵਾਲੇ ਅਸਥਾਨ ਦੇ ਉੱਪਰ ਗੁਰੂ ਅੰਗਦ ਦੇਵ ਜੀ ਨੇ ਬਾਲ ਬੋਧ ਕਾਇਦੇ ਤਿਆਰ ਕੀਤੇ। ਸਾਡੇ ਘਰਾਂ ਦੇ ਵਿੱਚੋਂ ਕਾਇਦੇ ਗਵਾਚ ਗਏ ਹਨ, ਉਹਨਾਂ ਕਾਇਦਿਆਂ ਨੂੰ ਸਾਂਭਣ ਦੀ ਜ਼ਰੂਰਤ ਹੈ। ਗੁਰਮੁਖੋ, ਊੜਾ ਸ਼ਬਦ ਬੋਲਣ ਦੇ ਨਾਲ ਸਮੁੱਚੀ ਲਿਪੀ ਦੇ 35 ਅੱਖਰ ਬੋਲੇ ਜਾਂਦੇ ਹਨ। ਊੜਾ, ਊੜਾ ਅੱਗੇ ਆਉਂਦਾ, ੜਾੜਾ ਪਿੱਛੇ ਆਉਂਦਾ ਉਚਾਰਨ ਦੇ ਵਿੱਚ ਹੀ। 35 ਦੇ 35 ਅੱਖਰ ਬੋਲੇ ਜਾਂਦੇ ਹਨ। ਇਸ ਊੜੇ ਨੂੰ ਸਾਂਭਣ ਦੀ ਜ਼ਰੂਰਤ ਹੈ। ਬਾਲ ਉਪਦੇਸ਼ ਕਾਇਦਾ ਪ੍ਰਾਪਤ ਕਰਨ ਵਾਸਤੇ ਅਸੀਂ ਆਪਣੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਰਹੇ ਹਾਂ। ਉਸ ਲਿੰਕ ਦੇ ਉੱਤੇ ਤੁਸੀਂ ਕਾਇਦਾ ਪ੍ਰਾਪਤ ਕਰ ਸਕਦੇ ਹੋ। ਬਾਕੀ ਜਿਨ੍ਹਾਂ ਦੀ ਅਪਰੋਚ ਹੈ ਜਾਂ ਪਹੁੰਚ ਹੈ ਉਹ ਕਾਇਦਾ ਕਿਸੇ ਦੁਕਾਨ ਤੋਂ ਵੀ ਪ੍ਰਾਪਤ ਕਰ ਸਕਦੇ ਹਨ। ਕਾਇਦੇ ਦੁਆਰਾ ਸਾਨੂੰ ਅੱਖਰਾਂ ਦਾ ਸ਼ੁੱਧ ਉਚਾਰਨ ਪਤਾ ਲੱਗਦਾ ਹੈ। ਜਿਵੇਂ ਊੜੇ ਐੜੇ ਦੇ 35 ਅੱਖਰ, ਕਈ ਥਾਵਾਂ 'ਤੇ ਐੜੇ ਨੂੰ ਆੜਾ ਵੀ ਬੋਲਿਆ ਜਾਂਦਾ ਹੈ। ਈੜੀ, ਇਸੇ ਤਰੀਕੇ ਦੇ ਨਾਲ ਸੱਸਾ, ਹਾਹਾ, ਕੱਕਾ, ਖੱਖਾ, ਗੱਗਾ, ਘੱਗਾ, ঙੰਘਾ। ঙੰਘਾ ਅੱਖਰ ਸਕੂਲਾਂ ਦੇ ਵਿੱਚ ਸਾਨੂੰ ਨਹੀਂ ਪੜ੍ਹਾਇਆ ਜਾਂਦਾ। ঙੰਘਾ ਖਾਲੀ ਵੀ ਕਿਹਾ ਜਾਂਦਾ ਹੈ। ਗੁਰੂ ਕੀ ਬਾਣੀ ਨੇ ঙੰਘੇ ਅੱਖਰ ਨੂੰ ਵੀ ਖਾਲੀ ਨਹੀਂ ਰੱਖਿਆ, ਇਹਦੇ ਦੁਆਰਾ ਵੀ ਸਾਨੂੰ ਗਿਆਨ ਦੀ ਪ੍ਰਾਪਤੀ ਕਰਵਾਈ ਹੈ। ঙੰਘਾ, ਫਿਰ ਚੱਚਾ, ਛੱਛਾ, ਜੱਜਾ, ਝੱਜਾ, ਞੰਞਾ। ਞੰਞਾ ਅੱਖਰ ਨੂੰ ਕਈ ਨਈਆਂ ਅਤੇ ਹੋਰ ਵੀ ਇਹਦੇ ਗਲਤ ਉਚਾਰਨ ਕਰਦੇ ਹਨ। ਇਹ ਞੰਞਾ ਅੱਖਰ ਹੈ, ਞੰਞੇ ਨੂੰ ਞੰਞਾ ਹੀ ਬੋਲਣਾ ਹੈ। ਟੈਂਕਾ, ਠੱਠਾ, ਡੱਡਾ, ਢੱਡਾ, ਨਾਣਾ, ਤੱਤਾ, ਥੱਥਾ, ਦੱਦਾ, ਧੱਦਾ, ਨੰਨਾ, ਪੱਪਾ, ਫੱਫਾ, ਬੱਬਾ, ਭੱਬਾ, ਮੰਮਾ, ਯਈਆ, ਰਾਰਾ, ਲੱਲਾ, ਵਵਾ, ੜਾੜਾ। ਗੁਰਮੁਖੋ, ਇੱਥੇ ਕੁਝ ਅੱਖਰਾਂ ਦਾ ਖਾਸ ਧਿਆਨ ਰੱਖਣਾ ਹੈ। ਜਿਵੇਂ ਅਸੀਂ ਪੱਪਾ ਬੋਲਦੇ ਹਾਂ ਅਤੇ ਸਾਡੇ ਬੁੱਲ ਜੁੜਦੇ ਹਨ। ਫੱਫਾ ਬੋਲਣ ਲੱਗਿਆਂ ਵੀ ਸਾਡੇ ਬੁੱਲ ਜੁੜਦੇ ਹਨ। ਬੱਬਾ, ਭੱਬਾ, ਇਸੇ ਤਰੀਕੇ ਨਾਲ ਮੰਮਾ ਬੋਲਣ ਲੱਗਿਆਂ ਵੀ। ਅਤੇ ਜਦੋਂ ਅਸੀਂ ਤੱਤਾ ਬੋਲਦੇ ਹਾਂ ਸਾਡੀ ਜ਼ਬਾਨ ਉੱਪਰਲੇ ਤਾਲੂ ਦੇ ਨਾਲ ਲੱਗਦੀ ਹੈ। ਥੱਥਾ, ਦੱਦਾ, ਧੱਦਾ, ਨੰਨਾ। ਫਿਰ ਇਸੇ ਤਰੀਕੇ ਦੇ ਨਾਲ ਟੈਂਕਾ, ਠੱਠਾ, ਡੱਡਾ, ਢੱਡਾ, ਨਾਣਾ। ਜਿੱਥੇ ਸਾਡੀ ਜ਼ਬਾਨ ਟੱਚ ਹੁੰਦੀ ਹੈ ਅਖੀਰਲਾ ਅੱਖਰ ਵੀ ਉੱਥੇ ਬੋਲਿਆ ਜਾਂਦਾ ਹੈ। ਨਾਣੇ ਅੱਖਰ ਨੂੰ ਕਈ ਨਾਨਾ ਬੋਲ ਦਿੰਦੇ ਹਨ, ਇਹਦਾ ਵੀ ਖਾਸ ਧਿਆਨ ਰੱਖਣਾ ਹੈ। ਇਸੇ ਤਰੀਕੇ ਦੇ ਨਾਲ ਚੱਚਾ, ਛੱਛਾ, ਜੱਜਾ, ਝੱਜਾ, ਞੰਞਾ। ਚੱਚਾ ਬੋਲਣ ਲੱਗਿਆਂ ਸਾਡੀ ਜ਼ਬਾਨ ਜਿੱਥੇ ਟੱਚ ਕਰਦੀ ਹੈ, ਞੰਞਾ ਬੋਲਣ ਲੱਗਿਆਂ ਵੀ ਸਾਨੂੰ ਜ਼ਬਾਨ ਉੱਥੇ ਰੱਖਾਂਗੇ ਅਤੇ ਸਾਡਾ ਉਚਾਰਨ ਸ਼ੁੱਧ ਹੋ ਜਾਵੇਗਾ। ਹੁਣ ਅਸੀਂ ਗੱਲ ਕਰਦੇ ਹਾਂ ਕੱਕਾ, ਖੱਖਾ, ਗੱਗਾ, ਘੱਗਾ, ঙੰਘਾ। ঙੰਘੇ ਦਾ ਉਚਾਰਨ ਸ਼ੁੱਧ ਕਰਨ ਲਈ ਜਿੱਥੇ ਸਾਡਾ ਕੱਕਾ ਬੋਲਦੇ ਹਾਂ ਸਾਡੀ ਜ਼ੁਬਾਨ ਨੇ ਟੱਚ ਕੀਤਾ ਹੈ, ঙੰਘਾ ਬੋਲਦਿਆਂ ਵੀ ਸਾਡੀ ਜ਼ੁਬਾਨ ਦਾ ਟੱਚ ਉੱਥੇ ਹੀ ਹੋਣਾ ਚਾਹੀਦਾ ਹੈ। ਅਤੇ ਕਈ ਵਿਦਿਆਰਥੀ ੜਾੜੇ ਸ਼ਬਦ ਨੂੰ ਰਾਰਾ ਬੋਲ ਦਿੰਦੇ ਹਨ।
ਅੜਾੜੇ ਦਾ ਉਚਾਰਨ ਵੀ ਸਾਨੂੰ ਸ਼ੁੱਧ ਕਰਨ ਦੀ ਜ਼ਰੂਰਤ ਹੈ। ਇਸੇ ਤਰੀਕੇ ਦੇ ਨਾਲ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ, ਲੱਲੇ ਪੈਰ ਬਿੰਦੀ, ਇਹ ਨਵੀਨ ਅੱਖਰ ਜੋੜੇ ਗਏ ਹਨ ਲਿਪੀ ਦੇ ਅੰਦਰ। ਅਸੀਂ ਜਦੋਂ ਗੁਰਬਾਣੀ ਦਾ ਉਚਾਰਨ ਕਰਦੇ ਹਾਂ ਕਈ ਥਾਵਾਂ 'ਤੇ ਸਾਨੂੰ ਬਿੰਦੀ ਵੀ ਮਿਲ ਜਾਂਦੀ ਹੈ, ਜਾਂ ਜਿਹੜੇ ਫਾਰਸੀ ਦੇ ਅੱਖਰ ਹਨ ਉਹਨਾਂ ਨੂੰ ਬਿੰਦੀ ਲਾ ਕੇ ਹੀ ਬੋਲਿਆ ਜਾਂਦਾ ਹੈ। ਕਈ ਥਾਵਾਂ ਦੇ ਉੱਤੇ ਸਾਨੂੰ ਹਲੰਤ ਵੀ ਲੱਗਾ ਮਿਲਦਾ ਹੈ, ਉਹਦਾ ਉਚਾਰਨ ਵੀ ਅਲੱਗ ਹੈ, ਜਿਹੜਾ ਅੱਗੇ ਤੁਹਾਨੂੰ ਮੁਹਾਰਨੀ ਦੇ ਸਮੇਂ ਨਾਲ ਦੀ ਨਾਲ ਅਸੀਂ ਸਿਖਾਵਾਂਗੇ। ਇਹ ਹੈ ਊੜੇ ਐੜੇ ਬਾਰੇ ਜਾਣਕਾਰੀ, ਅਤੇ ਇਹਨੂੰ ਚੰਗੀ ਤਰ੍ਹਾਂ ਸਮਝ ਕੇ ਕਾਇਦੇ ਤੋਂ ਪੜ੍ਹਨਾ ਹੈ ਅਤੇ ਆਪਣੇ ਉਚਾਰਨ ਵੇਖਣੇ ਹਨ, ਖਾਸ ਕਰਕੇ ੰਗਾਂ, ඤੰਆਂ ਅਤੇ ੜਾੜਾ, ਇਹਨਾਂ ਅੱਖਰਾਂ ਦੇ ਉਚਾਰਨ ਆਪਣੇ ਸ਼ੁੱਧ ਦੇਖਣੇ ਹਨ। ਮੈਂ ਇੱਕ ਵਾਰੀ ਦੁਬਾਰਾ ਊੜਾ ਐੜਾ ਪੜ੍ਹ ਦਿੰਦਾ ਹਾਂ। ਊੜਾ, ਐੜਾ, ਈੜੀ, ਸੱਸਾ, ਹਾਹਾ, ਕੱਕਾ, ਖੱਖਾ, ਗੱਗਾ, ਘੱਗਾ, ੰਗਾਂ, ਚੱਚਾ, ਛੱਛਾ, ਜੱਜਾ, ਝੱਜਾ, ඤੰਆਂ, ਟੈਂਕਾ, ਠੱਠਾ, ਡੱਡਾ, ਢੱਡਾ, ਨਾਣਾ, ਚੱਚਾ, ਛੱਛਾ, ਜੱਜਾ, ਝੱਜਾ, ඤੰਆਂ, ਟੈਂਕਾ, ਠੱਠਾ, ਡੱਡਾ, ਢੱਡਾ, ਨਾਣਾ, ਤੱਤਾ, ਥੱਥਾ, ਦੱਦਾ, ਧੱਦਾ, ਨੰਨਾ, ਪੱਪਾ, ਫੱਫਾ, ਬੱਬਾ, ਭੱਬਾ, ਮੰਮਾ, ਯਈਆ, ਰਾਰਾ, ਲੱਲਾ, ਵਵਾ, ੜਾੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।